ਲੇਕਿਨ ਤੁਸੀਂ ਅੱਜ ਇਹ ਮੈਡਲਾਂ ਨੂੰ ਤੱਕੜੀ ਵਿੱਚ ਤੋਲਤਾ, ਇਹਦਾ ਕੀ ਕਾਰਨ ਹੈ? ਅਸੀਂ ਜਦੋਂ ਪਹਿਲਾਂ ਮੈਡਲ ਜਿੱਤੇ ਸੀ ਨਾ ਜੀ ਤਾਂ ਸਾਨੂੰ ਬੜਾ ਸ਼ੌਂਕ ਸੀ, ਅਸੀਂ ਮੈਡਲਾਂ ਨੂੰ ਟੰਗਦੇ ਜੀ। ਸੀ, ਬੜਾ ਸੰਭਾਲ ਕੇ ਰੱਖਦੇ ਸੀ। ਜੀ ਪਰ ਹੁਣ ਜਦੋਂ ਕਿਸੇ ਸਰਕਾਰ ਨੇ ਸਾਨੂੰ ਕੋਈ ਮਦਦ ਨਹੀਂ ਕੀਤੀ ਜੀ ਤੇ ਸਾਨੂੰ ਇਹ ਮੈਡਲ ਜਿਹੜੇ ਆ ਸਾਡੇ ਵਾਸਤੇ ਤੇ ਲੋਹਾ ਹੀ ਜੀ। ਨੇ। ਅਸੀਂ ਤਾਂ ਹੁਣ ਇਸ ਕਰਕੇ ਇਹਨਾਂ ਨੂੰ ਬੋਰੀ 'ਚ ਪਾ ਕੇ ਥੈਲੇ 'ਚ ਪਾ ਕੇ ਰੱਖਿਆ ਸੀ। ਜੀ ਮੈਡਲਾਂ ਦੀ ਜਿਹੜੀ ਤੁਲਨਾ ਉਹ ਲੋਹੇ ਦੇ ਨਾਲ ਕਰ ਰਹੇ ਹੋ, ਕਿੰਨੇ ਕਿਲੋ ਹੋ ਗਿਆ ਹੋਣਾ? ਜਿਹੜਾ ਦਿਖਾਓ ਸਾਡੇ ਦਰਸ਼ਕਾਂ ਨੂੰ। ਇਹ ਹੋਣਾ ਜੀ 20-25 ਕਿਲੋ ਹੋਣਾ ਹੈ ਤੇ ਜ਼ਿਆਦਾ ਹੀ ਹੋਣੇ 25-30 ਕਿਲੋ ਤੋਂ। ਗੋਲਡ ਦੀ ਜਿਹੜੀ ਮੈਡਲ ਦੀ ਹੈ, ਸਿਰਫ ਉਹ ਗੋਲਡ ਦੀ ਜਿਹੜੀ ਵੈਲਿਊ ਹੈ ਸਿਰਫ ਮੈਡਲਾਂ ਤੱਕ ਸੀਮਿਤ ਹੈ। ਤੁਹਾਡੇ ਕੋਲ ਆ ਕੇ ਜਮਾਂ ਹੀ ਲੋਹਾ ਹੈ, ਕਿਉਂਕਿ ਤੁਹਾਡੀ ਕਿਸੇ ਤਰੀਕੇ ਦੀ ਵੀ ਹੈਲਪ ਨਹੀਂ ਹੋ ਰਹੀ। ਬੇਟੀ ਨੇ ਜਦੋਂ ਬਾਹਰ ਜਾਣਾ ਸੀ ਉਦੋਂ ਅਸੀਂ ਪੈਸਿਆਂ ਵਾਸਤੇ ਜਾਂਦੇ ਜੀ। ਰਹੇ, ਸਿੱਧੂ ਸਾਹਿਬ ਕੋਲ ਵੀ ਗਏ ਜੀ ਤਾਂ ਸਾਨੂੰ ਕਿਸੇ ਪਾਸੋਂ ਕਿਸੇ ਨੇ ਕੋਈ ਮਦਦ ਨਹੀਂ ਜੀ। ਦਿੱਤੀ। ਮੈਂ ਲੋਨ ਕਰਾ ਕੇ ਆਪਣੀ ਜ਼ਮੀਨ ਦੇ ਉੱਤੇ ਤੇ ਬੇਟੀ ਨੂੰ ਭੇਜਦਾ ਰਿਹਾ। ਕਾਰਾਂ ਜਿਹੜੀਆਂ ਨੇ ਇਹ ਪਲੇਅਰਾਂ ਨੂੰ ਰੋਲ ਨੇ। ਮੇਰਾ ਛੋਟਾ ਬੇਟਾ ਜਿਹੜਾ ਹੈ ਉਹ ਵੀ ਯੂਨੀਵਰਸਿਟੀ ਚੈਂਪੀਅਨ ਹੈ, ਇੰਡੀਆ 'ਚੋਂ 3rd ਪਲੇਸ ਹੈ ਮਾਰਸ਼ਲ ਆਰਟ 'ਚ। ਉਹ ਗੇਮ ਹੀ ਛੱਡ ਗਿਆ। ਉਹ ਕਹਿੰਦਾ ਮੇਰੀ ਸਿਸਟਰ ਨੇ ਇੰਨਾ ਕਰਿਆ, ਉਹਨੂੰ ਨਹੀਂ ਕੁਝ ਮਿਲਿਆ ਤੇ ਸਾਨੂੰ ਕੀ ਮਿਲਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ। ਤੁਸੀਂ ਸਾਡੀ ਪਹਿਲੀ ਇੰਟਰਵਿਊ ਦੇ ਵਿੱਚ ਵੇਖਿਆ ਹੋਣਾ ਕਿ ਰਮਨ ਕੌਰ ਕੁੜੀ ਹੈ ਜੋ ਕਿ ਅਫਰੀਕਾ ਅਤੇ ਰਸ਼ੀਆ ਦੀ ਜਿਹੜੀ ਚੋਟੀਆਂ ਨੇ ਉਹ ਕੁਝ ਹੀ ਘੰਟਿਆਂ ਦੇ ਵਿੱਚ ਚੜ੍ਹ ਕੇ ਉਤਰ ਗਈ ਸੀਗੀ ਤੇ ਆਪਣੇ ਨਾਮ ਵਰਲਡ ਰਿਕਾਰਡ ਜਿਹੜਾ ਕੀ ਹੈ ਆਪਣੇ ਨਾਮ ਕਰ ਲਿਆ ਸੀਗਾ। ਤੇ ਅੱਜ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਨੇ ਤੇ ਇਹਨਾਂ ਦੇ ਪਿਤਾ ਵੀ ਐਥਲੀਟ ਰਹਿ ਚੁੱਕੇ ਨੇ, ਚੈਂਪੀਅਨ ਰਹਿ ਚੁੱਕੇ ਨੇ। ਅਸੀਂ ਗੱਲਬਾਤ ਕਰਾਂਗੇ ਜੋਗਿੰਦਰ ਸਿੰਘ ਜੀ ਦੇ ਨਾਲ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਅਚੀਵ ਕੀਤਾ ਤੇ ਕੀ ਖੋਇਆ। ਅਸੀਂ ਗੱਲਬਾਤ ਕਰਾਂਗੇ ਜੋਗਿੰਦਰ ਸਿੰਘ ਜੀ ਦੇ ਨਾਲ। ਜੋਗਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਟੁਡੇ ਤੇ ਸਵਾਗਤ ਹੈ ਜੀ। ਮਿਹਰਬਾਨੀ ਜੀ। ਅੱਛਾ ਜੋਗਿੰਦਰ ਜੀ, ਗੱਲ ਦੱਸੋ ਪਹਿਲਾਂ ਸਾਰੇ ਦਰਸ਼ਕਾਂ ਨੂੰ, ਤੁਸੀਂ ਇਹ ਦੱਸੋ ਕਿ ਤੁਹਾਡੀ ਫੈਮਿਲੀ ਦੇ ਵਿੱਚ ਕੌਣ-ਕੌਣ ਹੈ? ਸਾਡੀ ਫੈਮਿਲੀ ਦੇ ਵਿੱਚ ਇਹ ਰਮਨਜੋਤ ਕੌਰ ਮੇਰੀ ਬੇਟੀ ਹੈ ਵੱਡੀ, ਤੇ ਬੇਟਾ ਗਗਨਦੀਪ ਸਿੰਘ ਆ ਉਸ ਤੋਂ ਛੋਟਾ, ਉਸ ਤੋਂ ਛੋਟਾ ਹਰਮਨ ਹੈ ਤੇ ਮੇਰੀ ਵਾਈਫ ਹੈ ਜੀ। ਤੇ ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ ਜੀ। ਅੱਛਾ ਗਗਨ ਜੀ, ਹੁਣ ਇਹ ਦੱਸੋ ਤੁਸੀਂ ਜੋਗਿੰਦਰ ਸਿੰਘ ਜੀ ਕਿਹੜੇ ਜਿਹੜੇ ਨਾਮ ਆਪਣੇ ਜਿਹੜੇ ਤੁਸੀਂ ਜਿੱਤੇ ਆ ਹੁਣ ਤੱਕ, ਪ੍ਰਾਈਜ਼ ਜਿੱਤੇ ਆ, ਜਾਂ ਜਿਹੜੀ ਤੁਸੀਂ ਰੈਸਲਿੰਗ ਆਪਣੇ ਨਾਮ ਤੁਸੀਂ ਜਿੱਤੀ ਆ ਜਾਂ ਵਰਲਡ ਰਿਕਾਰਡ ਬਣਾਇਆ, ਤੁਸੀਂ ਕਿਹੜੀ ਅਚੀਵਮੈਂਟ ਕੀਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ। ਮੈਂ ਬਚਪਨ ਵਿੱਚ 9ਵੀਂ 10ਵੀਂ ਤਾਂ ਖੋ ਖੇਡਦਾ ਸੀ। ਖੋ ਨੈਸ਼ਨਲ ਖੇਡਿਆ ਪਹਿਲੇ ਜੀ। ਉਸ ਤੋਂ ਬਾਅਦ ਮੇਰੇ ਫਾਦਰ ਦੀ ਡੈਥ ਹੋ ਗਈ ਹੈ ਜੇ ਮੈਂ 10ਵੀਂ 'ਚ ਹੀ ਸੀਗਾ ਜੀ। ਤੇ ਉਸ ਤੋਂ ਬਾਅਦ 4-5 ਸਾਲ ਮੇਰੀ ਪੜ੍ਹਾਈ ਛੁੱਟ ਗਈ। ਫਿਰ 5-6 ਸਾਲ ਬਾਅਦ ਮੈਂ ਯੂਨੀਵਰਸਿਟੀ ਦੇ ਆਪਣਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਐਡਮਿਸ਼ਨ ਲਈ ਜੀ। CPED ਦੇ ਵਾਸਤੇ। ਉੱਥੇ ਮੈਂ ਰੈਸਲਿੰਗ ਕੀਤੀ। ਫਿਰ ਉੱਥੇ ਮੈਂ ਪੰਜਾਬੀ ਯੂਨੀਵਰਸਿਟੀ ਚੈਂਪੀਅਨ ਬਣਿਆ ਰੈਸਲਿੰਗ 'ਚ 52 ਕਿਲੋ 'ਚ ਤੇ ਪੰਜਾਬ ਐਂਡ ਹਰਿਆਣਾ ਵੇਟ ਲਿਫਟਿੰਗ 'ਚ ਵੀ ਮੈਂ ਚੈਂਪੀਅਨ ਬਣਿਆ ਜੀ। ਸੋ ਇਸ ਤੋਂ ਬਾਅਦ ਕਰਕੇ ਮੈਂ CPED ਕਰਕੇ ਸਾਨੂੰ ਨੌਕਰੀ ਕੋਈ ਮਿਲੀ ਨਹੀਂ। ਉਦੋਂ ਰਾਜਪਾਲ ਦਾ ਰਾਜ ਲੱਗ ਗਿਆ ਪੰਜਾਬ ਦੇ ਵਿੱਚ 1982 ਤੋਂ ਬਾਅਦ ਜੀ। ਤੇ ਮੈਂ ਫਿਰ ਇੱਥੇ ਮੈਂ ਹਾਈ ਕੋਰਟ ਆ ਗਿਆ। ਇੱਥੇ ਪ੍ਰਾਈਵੇਟ ਨੌਕਰੀ ਕਰਦਾ ਰਿਹਾ ਜੀ। ਤੇ ਸਰਕਾਰੀ ਨੌਕਰੀ ਸਾਨੂੰ ਮਿਲੀ ਨਹੀਂ ਕੋਈ। ਇਸ ਤਰ੍ਹਾਂ ਹੀ ਉਮਰ ਲੰਘ ਗਈ ਜੀ ਐਡਵੋਕੇਟ ਦੇ ਨਾਲ ਕੰਮ ਕਰਦੇ। ਉਸ ਤੋਂ ਬਾਅਦ ਮੈਂ ਸੋਚਿਆ ਵੀ ਚਲੋ ਬੱਚਿਆਂ ਨੂੰ ਕਰਾਓ ਕੁਛ। ਮੈਂ ਫਿਰ ਆਪਣੀ ਜਿਹੜਾ ਮੇਰੇ ਕੋਲ ਸੀਗਾ, ਮੈਂ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਗੇਮ 'ਚ ਪਾ ਲਿਆ ਸੀ ਜੀ। ਛੋਟੇ ਹੁੰਦਿਆਂ ਹੀ ਮੈਂ ਇਹਨਾਂ ਨੂੰ ਗੇਮ ਦੇ ਵਿੱਚ ਲੈ ਕੇ ਜਾਣਾ, ਝੀਲ 'ਤੇ ਲੈ ਕੇ ਜਾਣਾ, 5-5 6-6 ਕਿਲੋਮੀਟਰ 10-10 ਕਿਲੋਮੀਟਰ ਦੀ ਰੇਸ ਲਵਾਉਣੀ। ਸੋ ਇਹਨਾਂ ਨੂੰ ਬੱਚਿਆਂ ਨੂੰ ਤਿਆਰ ਕੀਤਾ ਤੇ ਇਸ ਤਰ੍ਹਾਂ ਕਰਦੇ ਰਮਨਜੋਤ ਕੌਰ ਜਿਹੜੀ ਹੈ ਇਹਨੇ ਕਲਾਈਮਿੰਗ ਦੇ ਵਿੱਚ ਇਹਨੂੰ ਸ਼ੌਂਕ ਜਾਗ ਗਿਆ। ਕਲਾਈਮਿੰਗ ਦਾ ਕੋਰਸ ਕਰਿਆ ਇਹਨੇ। ਸੋ ਇਹਨੇ ਦੱਖਣੀ ਅਫਰੀਕਾ ਦੇ ਵਿੱਚ ਜਾ ਕੇ ਕਿਲੀਮੰਜਾਰੋ ਪਹਾੜ ਦੇ ਉੱਤੇ ਇਹਨੇ ਸਰ ਕੀਤਾ ਤੇ ਉੱਥੋਂ ਵਰਲਡ ਰਿਕਾਰਡ ਬਣਾਇਆ। ਉਸ ਤੋਂ ਬਾਅਦ ਇਹ ਰਸ਼ੀਆ ਗਈ। ਰਸ਼ੀਆ 'ਚ ਐਲਬਸ ਪਰਬਤ, ਯੂਰਪ ਦਾ ਜਿਹੜਾ ਸਭ ਤੋਂ ਉੱਚਾ ਪਰਬਤ ਹੈ, ਉੱਥੇ ਜਾ ਕੇ ਇਹਨੇ ਯੋਗਾ ਕੀਤਾ ਤੇ ਉੱਤੇ ਯੋਗਾ ਕੀਤਾ ਜਿਹੜਾ ਕਿ ਸਾਰੇ ਅਖਬਾਰਾਂ ਦੇ ਵਿੱਚ ਆਇਆ ਜਾਂ TV 'ਚ ਆਇਆ। ਪਰ ਫਿਰ ਵੀ ਸਾਡੀ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਕਿਸੇ ਨੇ ਨਹੀਂ ਪੁੱਛ-ਗਿੱਛ ਕੀਤੀ ਸਾਡੀ, ਮਤਲਬ ਨਾ ਕੋਈ ਕਿਸੇ ਤਰ੍ਹਾਂ ਦੀ ਕੋਈ ਇਮਦਾਦ ਦਿੱਤੀ। ਸੋ ਅੱਛਾ, ਜਦੋਂ ਤੁਸੀਂ ਜੋਗਿੰਦਰ ਸਿੰਘ ਜੀ, ਜਦੋਂ ਤੁਸੀਂ ਆਪਣੀ ਬੇਟੀ ਨੂੰ ਬਾਹਰ ਭੇਜਣਾ, ਜਿਵੇਂ ਕਿ ਤੁਸੀਂ ਦੱਸਿਆ ਸਰਕਾਰਾਂ ਵੱਲੋਂ ਕੋਈ ਨੌਕਰੀ ਵੀ ਨਹੀਂ ਸੀ ਤੇ ਬਾਹਰ ਜਾਣ ਲਈ ਇਸ ਜਿਹੜੀ ਮਾਊਂਟੇਨਰਿੰਗ ਜਿਹੜੀ ਆ ਸਪੋਰਟਸ ਹੈ, ਇਹਦੇ ਵਿੱਚ ਕਾਫੀ ਪੈਸਾ ਤੁਹਾਡਾ ਲੱਗਣਾ। ਕਿਵੇਂ ਪੈਸਿਆਂ ਦਾ ਇੰਤਜ਼ਾਮ ਫਿਰ ਤੁਸੀਂ ਕਿਵੇਂ ਕੀਤਾ ਉਸ ਸਮੇਂ? ਪੈਸਿਆਂ ਦਾ ਫਿਰ ਮੈਂ ਲੋਨ ਲਿਆ ਜੀ।
ਲੋਨ ਲੈ ਕੇ ਮੈਂ ਉਹਦੇ ਇਹਨਾਂ ਨੂੰ ਭੇਜਿਆ ਜੀ ਕੁਝ ਗਹਿਣੇ ਗੁਣੇ ਜਿਹੜੇ ਸੀਗੇ ਸਾਡੇ ਘਰ ਦੇ ਵਿੱਚ, ਉਹ ਗਹਿਣੇ ਅਸੀਂ ਗਿਰਵੀ ਰੱਖ ਕੇ ਤੇ ਉਹਦੇ ਟਿਕਟ ਵਗੈਰਾ ਕਰਾਉਂਦੇ ਰਹੇ। ਮਤਲਬ ਖਰਚਾ ਤਾਂ ਤੁਹਾਨੂੰ ਪਤਾ ਸਪੋਰਟਸ ਵਿੱਚ ਖੁਰਾਕ ਵੀ ਚੰਗੀ ਚਾਹੀਦੀ ਹੈ ਤੇ ਖਰਚਾ ਵੀ ਚਾਹੀਦਾ ਬੱਚੇ ਨੂੰ ਆਉਣ ਜਾਣ ਦਾ ਇਹ ਉਹ। ਅੱਛਾ, ਅਕਸਰ ਤੁਹਾਡੇ ਜਿਵੇਂ ਤੁਸੀਂ ਕਿਹਾ ਤੁਹਾਡੇ ਬੇਟੇ ਵੀ ਆ 2, ਅਕਸਰ ਜਦੋਂ ਆਪਾਂ ਪੈਸਾ ਲਾਉਂਦੇ ਆ ਤਾਂ ਸੋਚਦੇ ਆ ਕਿ ਮੁੰਡਿਆਂ ਤੇ ਪੈਸਾ ਲਾਓ ਕਿ ਭਾਈ ਇਹ ਕੱਲ ਨੂੰ ਕੁਝ ਵੱਡੇ ਬਣਨਗੇ, ਨਾਮ ਕਰਨਗੇ, ਲੇਕਿਨ ਤੁਸੀਂ ਜਿਹੜਾ ਆਪਣੀ ਜਮ੍ਹਾਂ ਪੂੰਜੀ ਹੈ ਜਾਂ ਆਪਣੇ ਗਹਿਣੇ ਤੁਸੀਂ ਆਪਣੀ ਧੀ ਵਾਸਤੇ ਰੱਖਤੇ ਤੇ ਤੁਹਾਡੀ ਧੀ ਨੇ ਉਹਦੀ ਲਾਜ ਵੀ ਰੱਖੀ ਤੇ ਵਰਲਡ ਰਿਕਾਰਡ ਆਪਣੇ ਨਾਮ ਬਣਾਇਆ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹਨੂੰ ਇਸ ਤਰ੍ਹਾਂ ਦੇਖਦੇ ਆ ਜੀ, ਜਦੋਂ ਬੇਟਾ ਜਿਹੜਾ ਸੀ ਮੇਰਾ ਉਹ ਇਹਨੂੰ ਨਾਮ ਮਿਲਣ ਕਰਕੇ ਕੁਛ ਤੇ ਬੇਟੇ ਨੇ ਗੇਮ ਹੀ ਛੱਡਤੀ ਜੀ। ਤੁਸੀਂ ਦੇਖੋ ਮੈਂ ਚਾਹੁੰਦਾ ਸੀ ਕਿ ਮੇਰੇ ਜਿਹੜੇ ਬੱਚੇ ਆ ਇਹਨਾਂ ਨੂੰ ਮੈਂ ਵਰਲਡ ਲੈਵਲ ਤੇ ਲੈ ਕੇ ਜਾਵਾਂਗਾ ਜੀ। ਸੋ ਇਹਦੇ ਵੱਲੋਂ ਗਵਰਨਮੈਂਟ ਵੱਲੋਂ ਨਾ ਸਹਾਇਤਾ ਦੇਣ ਕਰਕੇ ਤੇ ਬੇਟੇ ਨੇ ਗੇਮ ਛੱਡਤੀ। ਸੋ ਮੈਂ ਬੜਾ ਨਿਰਾਸ਼ ਹੋਇਆ, ਮੈਂ ਕਿਹਾ ਵੀ ਇਹ ਤਾਂ ਗੱਲ ਠੀਕ ਨਹੀਂ ਮੇਰੇ ਮਨ ਦਾ ਹੀ ਕੋਈ। ਪਰ ਬੇਟੀ ਨੇ ਉਦੋਂ ਕਿਹਾ ਕਿ ਡੈਡੀ ਮੈਂ ਤੇਰੇ ਸੁਪਨੇ ਪੂਰੇ ਕਰਾਂਗੀ ਤੇ ਮੈਨੂੰ ਬੜਾ ਮਾਣ ਹੋਇਆ ਜਦੋਂ ਬੇਟੀ ਨੇ ਮੇਰਾ ਸੁਪਨਾ ਪੂਰਾ ਕੀਤਾ। ਮੈਂ ਬੜਾ ਮਾਣ ਮਹਿਸੂਸ ਕਰਦਾ ਹਾਂ ਬੇਟੀ ਤੇ। ਅੱਛਾ, ਆਂਟੀ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ। ਆਂਟੀ ਜੀ, ਜਦੋਂ ਗਹਿਣਿਆਂ ਦੀ ਗੱਲ ਚੱਲੀ ਸੀਗੀ, ਜਿਵੇਂ ਮੈਂ ਪਹਿਲਾਂ ਵੀ ਹੁਣੀ ਸਵਾਲ ਕੀਤਾ ਸੀਗਾ ਕਿ ਆਪਣੇ ਸਭ ਨੂੰ ਲੱਗਦਾ ਕਿ ਮੁੰਡਿਆਂ ਵਾਸਤੇ ਗਹਿਣੇ ਰੱਖ ਲਓ, ਉਹਨੂੰ ਬਾਹਰ ਭੇਜ ਦਿਓ, ਲੇਕਿਨ ਤੁਸੀਂ ਆਪਣੀ ਬੇਟੀ ਨੂੰ ਜਿਹੜਾ ਤੁਹਾਡਾ ਸ਼ੌਂਕ ਸੀਗਾ ਉਦੋਂ ਉਹਨੇ ਜਿਵੇਂ ਮੈਂ ਦੱਸਿਆ ਲਾਜ ਵੀ ਰੱਖੀ, ਤੁਸੀਂ ਗਹਿਣੇ ਆਪਣੇ ਰੱਖੇ, ਤੁਹਾਨੂੰ ਉਸ ਸਮੇਂ ਕਿਦਾਂ ਦਾ ਫੀਲ ਹੋਇਆ ਜਦੋਂ ਤੁਸੀਂ ਗਹਿਣੇ ਆਪਣੇ ਰੱਖੇ? ਮੈਨੂੰ ਬਹੁਤ ਖੁਸ਼ੀ ਹੋਈ, ਮੈਂ ਗਹਿਣੇ ਰੱਖੇ। ਮੈਂ ਕਹਿੰਦੀ ਮੰਮਾ ਹੁਣ ਕੀ ਕਰੀਏ, ਵੀ ਟਿਕਟ ਦੇ ਪੈਸੇ ਥੋੜਦੇ ਪਏ ਨੇ ਤਾਂ ਹੁਣ ਕੀ ਕਰਾਂਗੇ। ਇਹ ਸੋਚਦੀ ਰਹੀ ਵਿਚਾਰੀ। ਮੈਂ ਕਿਹਾ ਤੂੰ ਸੋਚ ਨਾ ਬੇਟੀ, ਤੂੰ ਮੇਰੇ ਨਾਲ ਚੱਲ। ਤਾਂ ਕਹਿੰਦੀ ਕੀ ਕਰਾਂਗੇ ਮੰਮਾ, ਮੈਂ ਕਿਹਾ ਤੂੰ ਨਾਲ ਚੱਲ। ਤੇ ਮੈਂ ਗਹਿਣੇ ਪਾਏ ਪਰਸ 'ਚ, ਤਾਂ ਚਲੇ ਗਏ ਸੀ ਬੈਂਕ 'ਚ ਗਿਰਵੀ ਰੱਖ ਕੇ। ਮੈਂ ਕਿਹਾ ਕਿੰਨੇ ਦੀ ਹੋਣੀ ਰਮਨ ਟਿਕਟ? ਕਹਿੰਦੀ ਮੰਮੀ ਇੰਨੇ ਦੇ ਹੋਣੀ ਆ। ਉਹਨੇ ਅਸੀਂ ਪੈਸੇ ਲੈ ਆਂਦੇ ਉੱਥੋਂ ਟਿਕਟ ਦੇ। ਹਾਂਜੀ, ਤਾਂ ਲੋਕ ਬਹੁਤ ਕਹਿੰਦੇ ਸੀ ਉੱਥੇ ਸ਼ੇਰ ਨੇ, ਇਹਨੂੰ ਖਾ ਜਾਣਗੇ। ਅਸੀਂ ਰੋਈਏ ਵੀ ਲੋਕ ਸਾਨੂੰ ਕਹਿੰਦੇ ਹਨ ਵੀ ਸ਼ੇਰ ਨੇ ਉੱਥੇ ਖਾ ਜਾਣਗੇ, ਤੁਸੀਂ ਕਿੱਥੇ ਭੇਜ ਦਿੱਤਾ ਕੁੜੀ ਨੂੰ। ਅਸੀਂ ਫਿਰ ਹਰਮੰਦਰ ਸਾਹਿਬ ਸੁਖਣਾ ਵੀ ਸੁੱਖੀ ਵੀ ਸਾਡੀ ਬੇਟੀ ਠੀਕ ਠਾਕ ਘਰ ਆ ਜੇ ਤੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਉੱਥੇ। ਅੰਬਾਲੇ ਨੇ ਸਾਡੇ ਗੁਰੂ ਜੀ, ਉਹਨਾਂ ਦੇ ਵੀ ਸੁਖਣਾ ਸੁੱਖੀ, ਮੈਂ ਲੈ ਕੇ ਜਾਵਾਂਗੀ। ਇਹ ਵੀ ਰੋਂਦੇ ਹਨ। ਅਸੀਂ ਦੀਆਂ ਅੱਖਾਂ ਦੇ ਵਿੱਚ ਮੈਨੂੰ ਤਾਂ ਹੁਣ ਵੀ ਜੋਗਿੰਦਰ ਸਿੰਘ ਦੀ ਅੱਖਾਂ ਦੇ ਵਿੱਚ ਲੱਗ ਰਿਹਾ ਕਿ ਥੋੜੀਆਂ ਨਮ ਹੋਈਆਂ ਪਈਆਂ ਨੇ, ਕਿਉਂਕਿ ਇੱਕ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਆਪਣੇ ਸਾਨੂੰ ਬਹੁਤ ਮਾਣ ਹੈ ਸਾਡੀ ਬੇਟੀ ਤੇ। ਨਹੀਂ, ਤੁਹਾਡੇ ਮਾਣ ਨੂੰ ਕੁੜੀ ਨੇ ਬਿਲਕੁਲ ਵੀ ਨੀਵਾਂ ਨਹੀਂ ਹੋਣ ਦਿੱਤਾ, ਬਲਕਿ ਰਿਕਾਰਡ ਆਪਣੇ ਨਾਮ ਜਿਹੜਾ ਕੀ ਹੈ ਕਾਇਮ ਕੀਤਾ ਹੈ। ਹੁਣ ਸਾਰੇ ਰਿਸ਼ਤੇਦਾਰ ਕਹਿੰਦੇ ਨੇ ਵੀ ਇਹਨਾਂ ਦੀ ਬੇਟੀ ਬਹੁਤ ਵਧੀਆ, ਬਹੁਤ ਕੁਝ ਕਰ ਰਹੀ, ਸਾਰੇ ਕਹਿੰਦੇ ਨੇ ਹੁਣ। ਹਾਂਜੀ। ਅੱਛਾ, ਮੈਂ ਰਮਨ ਕੋਲ ਆਉਂਗਾ। ਰਮਨ, ਤੁਸੀਂ ਆਪਣੇ ਮਾਂ-ਬਾਪ ਦੀ ਲਾਜ ਰੱਖੀ, ਹਰ ਚੀਜ਼ ਦੀ ਤੁਸੀਂ ਲਾਜ ਰੱਖੀ ਤੇ ਵਰਲਡ ਰਿਕਾਰਡ ਆਪਣੇ ਨਾਮ ਕਰਾਇਆ। ਤੁਸੀਂ ਇਸ ਚੀਜ਼ ਤੋਂ ਸੈਟੀਸਫਾਈ ਹੋ, ਸੰਤੁਸ਼ਟ ਹੋ ਤੁਸੀਂ ਜਿੱਥੇ ਤੁਸੀਂ ਪਹੁੰਚ ਗਏ ਹੋ? ਨਹੀਂ, ਹਜੇ ਤਾਂ ਮੈਨੂੰ ਲੱਗਦਾ ਸ਼ੁਰੂਆਤ ਹੋਈ ਹੈ। ਹਜੇ ਬਹੁਤ ਕੁਝ ਅਚੀਵ ਕਰਨ ਨੂੰ ਪਿਆ। ਅਜੇ ਮੈਂ ਜਿਹੜੀ ਵਰਲਡ ਦੀ ਸਾਰਿਆਂ ਤੋਂ ਹਾਈਐਸਟ ਪੀਕ ਹੈ ਉਹ ਵੀ ਕਲਾਈਮ ਕਰਨੀ ਹੈ, ਐਵਰੈਸਟ ਹੈ ਉਹ ਵੀ ਕਲਾਈਮ ਕਰਨਾ ਹੈ। ਤੇ ਪਰ ਹਜੇ ਫਾਈਨੈਂਸ਼ੀਅਲ ਕੰਡੀਸ਼ਨ ਠੀਕ ਨਹੀਂ ਹੈ, ਇਸ ਲਈ ਥੋੜਾ ਸਲੋ ਚੱਲ ਰਿਹਾ ਸਾਰਾ ਕੁਝ। ਹਜੇ ਕੋਸ਼ਿਸ਼ ਕਰ ਰਹੇ ਹਾਂ, ਹੌਲੀ ਹੌਲੀ ਦੇਖੋ ਹੋ ਜਾਏ ਤਾਂ। ਬਿਲਕੁਲ। ਅਸੀਂ ਅੱਛਾ ਦੁਬਾਰਾ ਜੋਗਿੰਦਰ ਜੀ ਕੋ ਆਵਾਂਗੇ। ਜੋਗਿੰਦਰ ਜੀ, ਹੁਣ ਜਿਵੇਂ ਕਿ ਤੁਹਾਡੀ ਬੇਟੀ ਦੱਸ ਰਹੀ ਹੈ ਹੋਰ ਵੀ ਬਹੁਤ ਕੁਝ ਅਚੀਵ ਕਰਨਾ ਹੈ, ਲੇਕਿਨ ਇਹ ਸਭ ਕੁਝ ਅਚੀਵ ਦੇ ਵਿੱਚ ਕਿਤੇ ਨਾ ਕਿਤੇ ਪੈਸਿਆਂ ਕਰਕੇ ਜਿਹੜਾ ਕੀ ਹੈ ਰੁਕ ਜਾਂਦਾ ਇਨਸਾਨ। ਜਿਵੇਂ ਹੁਣ ਥੋੜੀ ਜਿਹੀ ਇਹਦੇ ਤੇ ਜਿਵੇਂ ਪੈਸਿਆਂ ਕਰਕੇ ਥੋੜੀ ਜਿਹੀ ਥੰਮ ਗਈ ਹੈ, ਤੇ ਤੁਸੀਂ ਹੁਣ ਕੀ ਸੋਚਿਆ ਕਿ ਸਰਕਾਰਾਂ ਤੋਂ ਤੁਹਾਨੂੰ ਕੀ ਉਮੀਦਾਂ ਨੇ? ਮੈਂ ਦੇਖਣਾ ਲੈਟਰਾਂ ਵੀ ਬਹੁਤ ਸਾਰੀਆਂ ਪਈਆਂ ਹੋਈਆਂ ਇੱਥੇ ਜੋ ਤੁਸੀਂ ਸਰਕਾਰਾਂ ਨੂੰ ਭੇਜੀਆਂ ਹੋਈਆਂ, ਤੇ ਇਹਦਾ ਕੀ ਤੁਹਾਨੂੰ ਜਵਾਬ ਕੀ ਹੈ? ਇਹਦੇ ਬਦਲੇ ਕੀ ਜਵਾਬ ਆਇਆ ਜਿਹੜੇ ਤੁਸੀਂ ਲੈਟਰਾਂ ਭੇਜੀਆਂ? ਇਹਦਾ ਜਵਾਬ ਕੁਝ ਵੀ ਨਹੀਂ ਆਇਆ ਜੀ। ਮੈਂ ਹਾਲਾਂਕਿ ਸਰਕਾਰ ਬਣਾਉਣ ਦੇ ਵਿੱਚ, ਪੰਜਾਬ ਸਰਕਾਰ ਦੇ ਵਿੱਚ ਵੀ ਮੈਂ ਕਾਫੀ ਰੋਲ ਅਦਾ ਕੀਤਾ। ਅਸੀਂ ਕਾਫੀ। ਅੱਛਾ, ਤੁਸੀਂ ਮੌਜੂਦਾ ਸਰਕਾਰ ਦੇ ਨਾਲ ਹੋ? ਹਾਂਜੀ, ਬਿਲਕੁਲ ਨਾਲ ਆ। ਤੇ ਇਹਨਾਂ ਨੂੰ ਆਪ ਹੀ ਜਿਹੜੇ ਸਪੋਰਟਸ ਵਾਲੇ ਆ, ਇਹਨਾਂ ਨੂੰ ਪਤਾ ਨਹੀਂ ਕੀ ਕਰਨਾ। ਇੱਥੇ ਹੈ ਹੀ ਨਹੀਂ ਇਹ ਗੇਮ ਪੰਜਾਬ ਦੇ ਵਿੱਚ, ਇਹਨਾਂ ਦੇ ਕੋਲ ਉਹਦਾ ਕੋਈ ਹੈ ਹੀ ਨਹੀਂ। ਗ੍ਰੇਡੇਸ਼ਨ ਜਿਵੇਂ ਕਰਦੇ ਆ ਗੇਮ ਦੀ, ਫੁੱਟਬਾਲ ਦੀ, ਕਬੱਡੀ ਦੀ, ਇੱਥੇ ਇਹਦੀ ਕਲਾਈਮਿੰਗ ਦੀ ਗ੍ਰੇਡੇਸ਼ਨ ਹੀ ਨਹੀਂ ਹੈ। ਤੇ ਤੁਸੀਂ ਇਹ ਲੈਟਰ ਭੇਜੀ, ਤੁਹਾਨੂੰ ਬਦਲੇ ਦੇ ਵਿੱਚ ਕੋਈ ਜਵਾਬ ਆਇਆ ਇਸ ਲੈਟਰ ਦਾ ਜਿਹੜੀ ਤੁਸੀਂ ਭੇਜੀ ਹੈ? ਹਾਂ, ਲੈਟਰ ਦੇ ਵਿੱਚ ਕੁਝ ਲਿਖਿਆ ਹੀ ਨਹੀਂ। ਲੈਟਰ ਬਸ ਵਾਪਸ ਭੇਜਤਾ ਵੀ ਤੁਹਾਡਾ ਲੈਟਰ ਸਾਨੂੰ ਪਹੁੰਚ ਗਿਆ, ਇਹ ਆ ਉਹ ਆ, ਤੁਸੀਂ ਇਹ ਕਰੋ ਉਹ ਕਰੋ। ਮਤਲਬ ਕਿਸੇ ਕੰਢੇ ਨਹੀਂ ਲੱਗੀ ਗੱਲ। ਉਹਨਾਂ ਨੇ ਕਿਹਾ ਕਿ ਸਪੋਰਟਸ ਕੋਟੇ ਦੇ ਵਿੱਚ ਨਹੀਂ ਆਂਦਾ ਇਹ ਮੈਂ ਜਦੋਂ ਇੱਥੇ ਕਾਨਫਰੰਸ ਹੋਈ ਸੀ ਮੈਂ ਉਸ ਟਾਈਮ ਵੀ ਕਿਹਾ ਸੀਗਾ, ਮੈਂ ਕਿਹਾ ਕਿ ਇਹ ਸਪੋਰਟਸ ਕੋਟੇ 'ਚ ਨਹੀਂ ਆਂਦਾ। ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਨਹੀਂ ਆਂਦਾ। ਕਹਿੰਦੇ ਕਿ ਤੁਹਾਡਾ ਸਪੈਸ਼ਲ ਕੇਸ ਬਣੇਗਾ, ਤੁਹਾਨੂੰ ਸਪੈਸ਼ਲ, ਕਿਉਂਕਿ ਤੁਸੀਂ ਪੰਜਾਬ ਲਈ, ਇੰਡੀਆ ਲਈ ਨਾਮ ਰੋਸ਼ਨ ਕੀਤਾ, ਤੁਹਾਨੂੰ ਕੋਈ ਸਪੈਸ਼ਲ ਦਿੱਤਾ ਜਾਏਗਾ, ਸਪੈਸ਼ਲ ਮੀਟਿੰਗ ਹੋਏਗੀ। ਪਰ ਉਸ ਤੋਂ ਬਾਅਦ ਫਿਰ ਸੇਮ ਰਿਪਲਾਈ ਆਇਆ ਕਿ ਇਹ ਸਪੋਰਟਸ ਕੋਟੇ ਦੇ ਅੰਡਰ ਨਹੀਂ ਆਂਦਾ ਤੇ ਇਸ ਲਈ ਅਸੀਂ ਕੁਝ ਵੀ ਨਹੀਂ ਕਰ ਸਕਦੇ।
ਇਹ ਲੈਟਰ ਹੈ ਜੀ, ਇਹ ਜਿਹੜਾ ਉਹਨੂੰ ਦਿੱਤੇ ਹੋਏ ਆ ਨੌਕਰੀ ਡੀਐਸਪੀ ਦੀ ਮੁੰਡੇ ਨੂੰ, ਕਲਾਈਮਿੰਗ ਕਰਦਾ ਸੀ ਮੁੰਡਾ, ਤੇ ਕੈਬਨਿਟ ਦੇ ਵਿੱਚ ਪਾਸ ਕਰਕੇ ਤੇ ਅਮਰਿੰਦਰ ਸਿੰਘ ਜੀ ਨੇ, ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨੂੰ ਡੀਐਸਪੀ ਦੀ ਨੌਕਰੀ ਦਿੱਤੀ। ਅਸੀਂ ਵੀ ਚਾਹੁੰਦੇ ਆ ਕਿ ਕੈਬਨਿਟ ਦੇ ਵਿੱਚ ਪਾਸ ਕਰਕੇ ਸਪੈਸ਼ਲ ਕੇਸ ਹੈ ਜਿਹੜਾ ਤੇ ਬੇਟੀ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਜਾਵੇ। ਤੇ ਇਹਨਾਂ ਨੇ ਇਸੇ ਤਰ੍ਹਾਂ ਹੀ ਬੇਅੰਤ ਸਿੰਘ ਦੇ ਪੁੱਤੇ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਹੈ, ਹਾਲਾਂਕਿ ਉਹਦੇ ਕੋਈ ਅਚੀਵਮੈਂਟ ਨਹੀਂ। ਇਸੇ ਤਰ੍ਹਾਂ ਪ੍ਰਤਾਪ ਬਾਜਵੇ ਦੇ ਪਰਿਵਾਰ ਨੂੰ ਵੀ ਨੌਕਰੀ ਇਹਨਾਂ ਨੇ ਡੀਐਸਪੀ ਦਿੱਤੀ ਸੀ, ਜਿਹਦਾ ਰੌਲਾ ਪੈ ਗਿਆ। ਸੋ ਸਾਡੀ ਕੁੜੀ ਨੇ ਤਾਂ ਵਰਲਡ ਰਿਕਾਰਡ ਬਣਾਇਆ, ਇਹਦਾ ਕਿਉਂ ਨਹੀਂ ਡੀਐਸਪੀ ਵਾਸਤੇ ਇਹਦਾ ਨਾਮ ਕੈਬਨਿਟ ਪਾਸ ਕਰਦੀ? ਮੇਰਾ ਤਾਂ ਇਹੀ ਕਹਿਣਾ ਸਰਕਾਰ ਨੂੰ। ਜਦੋਂ ਨਵੀਂ ਸਰਕਾਰ ਬਣੀ ਸੀ ਉਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਅਸੀਂ ਬਦਲਾਵ ਲੈ ਕੇ ਆਵਾਂਗੇ, ਤੇ ਤੁਹਾਨੂੰ ਤੁਸੀਂ ਵੀ ਸਰਕਾਰ ਦੇ ਨਾਲ ਹੋ, ਤੇ ਉਹਦੇ ਬਾਵਜੂਦ ਵੀ ਤੁਹਾਨੂੰ ਬਦਲਾਵ ਲੱਗਦਾ? ਮੈਨੂੰ ਜਿਸ ਹਿਸਾਬ ਨਾਲ ਤੁਹਾਡੀ ਗੱਲਾਂ ਨੇ ਬਦਲਾਵ ਬਹੁਤਾ ਲੱਗ ਨਹੀਂ ਰਿਹਾ ਉਸ ਹਿਸਾਬ ਨਾਲ। ਇਹ ਗੱਲ ਹੈ ਜੀ, ਜਿਹੜੇ ਅਫਸਰ ਨੇ ਨਾ, ਅਫਸਰ ਨਹੀਂ ਕੰਮ ਕਰ ਰਹੇ ਜੀ। ਅਫਸਰ ਜਿਹੜੇ ਆ ਉਹ ਕੰਮ ਕਰਕੇ ਦੇ ਹੀ ਨਹੀਂ ਰਹੇ, ਖੁਸ਼ ਹੀ ਨਹੀਂ ਹੈ ਕੰਮ ਕਰਕੇ, ਉਹ ਬੈਠੇ ਆ ਚੁੱਪ ਕਰਕੇ। ਸਰਕਾਰ ਦੇ ਜੋ ਵੀ ਆਰਡਰ ਕਰਦੀ ਆ ਉਹਦੇ ਉੱਤੇ ਕੋਈ ਪੂਰਾ ਆ ਹੀ ਨਹੀਂ ਰਹੇ। ਮਤਲਬ ਜੋ ਵੀ ਕੰਮ ਕਰਦੇ ਆ ਅਫਸਰ ਗਲਤ ਕਰਦੇ ਆ, ਜਿਹਦੇ ਨਾਲ ਜਨਤਾ ਜਿਹਦੇ ਨਾਲ ਭੜਕ ਜੇ, ਇਹੋ ਜਿਹੇ ਕੰਮ ਕਰ ਰਹੇ ਆ। ਇਸੇ ਤਰ੍ਹਾਂ ਹੀ ਫੜੇ ਜਾ ਰਹੇ। ਉਹਨਾਂ ਨੂੰ ਇਹ ਹੀ ਡਰ ਪਿਆ ਹੋਇਆ ਕਿ ਸਾਡਾ ਨੰਬਰ ਨਾ ਆ ਜਾਏ ਕਿਤੇ, ਜਿਹੜਾ ਉਹਨਾਂ ਨੇ ਹੇਰਾ ਫੇਰੀਆਂ ਕੀਤੀਆਂ ਹੋਈਆਂ। ਇਸ ਕਰਕੇ ਅਫਸਰ ਹੀ ਬੈਠੇ ਹੋਏ ਆ ਚੁੱਪ ਕਰਕੇ। ਅੱਛਾ, ਇੱਕ ਤੁਹਾਡੇ ਕੋਲ 골ਡ ਮੈਡਲ ਪਿਆ ਹੈ, ਇਹ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ, ਇਹ ਤੁਸੀਂ ਕਦੋਂ ਜਿੱਤ ਕੇ ਲੈ ਕੇ ਆਏ ਹੋ? ਇਹ ਮੈਂ ਕੱਲ੍ਹ ਹੀ ਜਿੱਤਿਆ ਜੀ, ਆਪਣਾ ਮਾਸਟਰ ਐਥਲੈਟਿਕ ਮੀਟ ਸੀਗੀ ਚੰਡੀਗੜ੍ਹ 'ਚ, ਤੇ ਕੱਲ੍ਹ ਹੀ ਮੈਂ ਜਿੱਤ ਕੇ ਲਿਆ। ਇੱਥੋਂ ਮੈਂ ਹਰ ਵਾਰੀ ਹੁਣ ਲੌਂਗ ਜੰਪ ਲਾਨਾ ਤੇ ਰੇਸ ਲਾਨਾ, ਇੱਥੋਂ ਹਰ ਵਾਰੀ ਫਸਟ ਆਉਣਾ ਮੈਂ। ਹੁਣ ਵੀ ਮੇਰਾ ਜਾਰੀ ਹੈ ਮੇਰਾ ਸਪੋਰਟਸ ਦਾ ਜਿਹੜਾ। ਅੱਛਾ, ਤੁਸੀਂ ਇਸ ਮੈਡਲ ਨੂੰ 골ਡ ਦੇ ਵਿੱਚ ਗਿਣਦੇ ਹੋ ਕਿਉਂਕਿ ਤੁਹਾਨੂੰ 골ਡ ਮੈਡਲ ਮਿਲਿਆ? ਨਹੀਂ, ਮੇਰੇ ਵਾਸਤੇ ਤਾਂ ਲੋਹਾ ਹੀ ਹੈ ਜੀ ਹੁਣ। ਮੇਰੇ ਵਾਸਤੇ 골ਡ, ਨਾਮ ਹੀ 골ਡ ਹੈ, ਪਰ ਇਹ ਹੁਣ ਕਿਸੇ ਕੰਮ ਤਾਂ ਨਹੀਂ ਆ। ਇਹਦੇ ਬਦਲੇ ਕੋਈ ਕੈਸ਼ ਪ੍ਰਾਈਜ਼ ਦਿੱਤਾ ਜਾਂਦਾ ਜਾਂ ਕੋਈ ਤਾਂ ਕੋਈ ਫਾਇਦਾ ਵੀ ਹੁੰਦਾ, ਮਤਲਬ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ, ਸਾਨੂੰ ਇਸ ਤਰ੍ਹਾਂ ਹੀ ਪਏ ਆ। ਅੱਛਾ, ਜਿਹੜੀ ਧੀਆਂ ਦੇ ਪ੍ਰਤੀ ਮਾਂ-ਬਾਪ ਦੀ ਜਿਹੜੀ ਸੋਚ ਹੁੰਦੀ ਹੈ, ਤੇ ਸਾਰੇ ਕਹਿੰਦੇ ਕਿ ਜਿਹੜੀ ਧੀਆਂ ਹੁੰਦੀਆਂ ਬਗਾਨਾ ਧਨ ਹੁੰਦੀਆਂ, ਬਗਾਨੇ ਘਰ ਚਲ ਜਾਂਦੀਆਂ, ਲੇਕਿਨ ਤੁਸੀਂ ਹਰ ਤਰੀਕੇ ਦੇ ਨਾਲ ਆਪਣੀ ਧੀ ਨੂੰ ਸਪੋਰਟ ਕੀਤਾ ਤੇ ਤੁਹਾਡੀ ਧੀ ਜਿਹੜੀ ਕੀ ਹੈ ਇਸ ਸਮੇਂ ਬੁਲੰਦੀਆਂ ਤੇ ਹੈ। ਲੇਕਿਨ ਸਿਰਫ ਇੱਕ ਸਰਕਾਰ ਤੋਂ ਜਿੱਦਾਂ ਦੀ ਉਹਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ ਉਸ ਹਿਸਾਬ ਦੀ ਹੱਲਾਸ਼ੇਰੀ ਨਹੀਂ ਮਿਲ ਰਹੀ, ਤੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਨਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ? ਸਰਕਾਰ ਨੂੰ ਤਾਂ ਮੈਂ ਇਹ ਮੰਗ ਕਰਨਾ ਚਾਹੂੰਗਾ ਕਿ ਇਹਨੇ ਐਵਰੈਸਟ ਤੇ ਜਾਣਾ ਜੀ, ਤੇ ਦੇਸ਼ ਵਾਸਤੇ ਜਾਣਾ, ਦੇਸ਼ ਦਾ ਨਾਂ ਰੋਸ਼ਨ ਕਰਨਾ ਹੈ। ਉਹਦੇ ਵਾਸਤੇ 28 ਲੱਖ ਰੁਪਇਆ ਤਾਂ ਆਪਣਾ ਜਿਹੜੀ ਗਵਰਨਮੈਂਟ, ਨੇਪਾਲ ਗਵਰਨਮੈਂਟ ਹੀ ਉਹਦੀ ਫੀਸ ਲੈਂਦੀ ਹੈ ਜੀ। ਸੋ ਸਾਨੂੰ ਉਹਦੇ ਵਾਸਤੇ ਪੈਸਾ ਚਾਹੀਦਾ ਸਾਡਾ, ਸਾਨੂੰ ਇਹ ਸਰਕਾਰ ਪੈਸੇ ਦੇਵੇ, ਉਹਦੇ ਵਾਸਤੇ ਕੋਈ ਗ੍ਰਾਂਟ ਦੇਵੇ ਤਾਂ ਕਿ ਜਾ ਸਕੇ ਉੱਥੇ ਐਵਰੈਸਟ ਨੂੰ ਫਤਿਹ ਕਰ ਸਕੇ। ਇਹ ਹੀ ਮੇਰਾ ਸਰਕਾਰ ਨੂੰ ਕਹਿਣਾ। ਬਾਕੀ ਇਹ ਹੈ ਵੀ ਇਹਨੂੰ ਕੋਈ ਨੌਕਰੀ ਦਿੱਤੀ ਜਾਵੇ, ਡੀਐਸਪੀ ਦੀ ਪੋਸਟ ਦੇ ਉੱਤੇ ਲਾਇਆ ਜਾਵੇ, ਕਿਉਂਕਿ ਜਿਹੜਾ ਇੰਨਾ ਕਰ ਰਹੀ ਹੈ ਤਾਂ ਉਹਨੂੰ ਸਰਕਾਰ ਦੇ ਵੀ ਫਰਜ਼ ਬਣਦਾ ਕਿ ਸਪੋਰਟ ਕਰੇ। ਅੱਛਾ, ਜਿਵੇਂ ਤੁਸੀਂ ਵੀ ਕਿਹਾ ਤੁਸੀਂ ਮੌਜੂਦਾ ਸਰਕਾਰ ਨੂੰ ਸਪੋਰਟ ਕਰਦੇ ਹੋ, ਤੇ ਤੁਸੀਂ ਕੋਈ ਆਪਣੇ ਵੱਲੋਂ ਉਹਨਾਂ ਨੂੰ ਕੋਈ ਲੈਟਰ ਲਿਖਿਆ ਹੋਇਆ ਜਿਨ੍ਹਾਂ ਨਾਲ ਵੀ ਤੁਸੀਂ ਸਪੋਰਟ ਕਰਦੇ ਹੋ? ਤੁਹਾਡੇ ਹਲਕੇ ਦੇ ਕੋਈ ਐਮਐਲਏ ਉਹਨਾਂ ਨੂੰ ਜਾ ਕੇ ਮਿਲੇ ਹੋ, ਆਪਣੀ ਬੇਟੀ ਦੀ ਕੋਈ ਗੱਲ ਕੀਤੀ ਹੈ? ਵੈਸਾ ਤੁਹਾਡੀ ਬੇਟੀ ਦੀ ਜਿਹੜੀ ਤਾਰੀਫ ਹੈ ਜਾਂ ਉਹਨਾਂ ਦੀ ਇੱਕ ਪਛਾਣ ਹੈ ਉਹ ਸਭ ਨੂੰ ਪਤਾ ਹੈ, ਕਿਉਂਕਿ ਸਾਰੀਆਂ ਆਲਮੋਸਟ ਅਖਬਾਰਾਂ ਦੇ ਵਿੱਚ, ਚੈਨਲਾਂ ਦੇ ਵਿੱਚ ਤੁਹਾਡੀ ਬੇਟੀ ਦਾ ਨਾਮ ਆ ਚੁੱਕਿਆ ਤੇ ਸਰਕਾਰਾਂ ਤੱਕ ਵੀ ਨਾਮ ਪਹੁੰਚ ਗਿਆ। ਉਸ ਤੋਂ ਬਾਅਦ ਵੀ ਸਰਕਾਰਾਂ ਦੀ ਕੰਨਾਂ ਦੇ ਵਿੱਚ ਜਿਹੜੀ ਹੈ ਜੂੰ ਤੱਕ ਨਹੀਂ ਸਰਕਦੀ, ਇਹਦਾ ਕੀ ਕਾਰਨ ਹੈ? ਇਹ ਗੱਲ ਹੈ ਜੀ, ਮੈਂ ਸਿਫਾਰਿਸ਼ ਨਹੀਂ ਕੀਤੀ, ਕਿਉਂਕਿ ਮੈਂ ਇਸ 'ਚ ਨਹੀਂ ਆ ਕਿ ਮੈਂ ਸਿਫਾਰਿਸ਼ ਦੇ ਨਾਲ ਨੌਕਰੀ ਲਵਾਂ ਜਾਂ ਕਹਾਂ। ਮੈਂ ਤਾਂ ਉਹਨਾਂ ਨੂੰ ਲੈਟਰ ਦਿੱਤਾ ਸੀ, ਜਿਹੜਾ OSD ਸਾਹਿਬ ਨੂੰ ਦਿੱਤਾ, ਉਹ ਲੈਟਰ ਦੇ ਕੇ ਆਇਆ ਸੀ। ਇਹ ਪਿਆ ਲੈਟਰ, ਤੇ ਇਹ ਹੁਣ ਅੱਗੇ ਉਹਨਾਂ ਦੀ ਮਰਜ਼ੀ ਹੈ। ਮੈਂ ਆਪਣੇ ਆਪ ਨਹੀਂ ਕੋਈ ਸਿਫਾਰਿਸ਼ ਲੈਣਾ ਚਾਹੁੰਦਾ ਕਿ ਮੈਂ ਆਪਣੇ ਰਸੂਖ ਦੇ ਨਾਲ ਕੋਈ ਨੌਕਰੀ ਦਵਾਂ। ਮੈਂ ਤਾਂ ਕਹਿੰਦਾ ਇਹਦੇ ਸਰਟੀਫਿਕੇਟ ਦੇਖਣ, ਇਹਦਾ ਕਰਨ, ਤੇ ਜੋ ਬਣਦਾ ਇਹਨੂੰ ਦੇਣ। ਮੈਂ ਕੋਈ ਸਿਫਾਰਿਸ਼ ਨਹੀਂ ਕਰਨੀ ਚਾਹੁੰਦਾ ਕਿ ਮੈਂ ਸਿਫਾਰਿਸ਼ ਦੇ ਨਾਲ ਨੌਕਰੀ ਲਵਾਂ। ਮੈਂ ਤਾਂ ਕਹਿੰਦਾ ਵੀ ਇਹਨੇ ਜੋ ਕੁਝ ਕੀਤਾ ਉਹਦੇ ਹਿਸਾਬ ਨਾਲ ਹੀ ਦਿੱਤਾ ਜਾਵੇ। ਸੋ ਆ ਦਿੱਤਾ ਹੋਇਆ ਤੁਹਾਡੇ ਸਾਹਮਣੇ ਲੈਟਰ। ਅੱਛਾ, ਇੱਕ ਜਿਹੜੇ ਤੁਸੀਂ ਹੁਣ ਤੱਕ ਪੈਸੇ ਵਿਆਜੀ ਲੈ ਕੇ ਜਾਂ ਲੋਨ ਲੈ ਕੇ ਤੁਸੀਂ ਆਪਣੀ ਧੀ ਨੂੰ ਜਿਹੜਾ ਕਿ ਗੇਮ ਤੇ ਲਗਾਇਆ, ਉਹ ਉਤਰ ਗਿਆ ਹੁਣ ਤੱਕ ਪੈਸੇ, ਜਾਂ ਹਾਲੇ ਤੱਕ ਵੀ ਤੁਸੀਂ? ਨਹੀਂ, ਅਜੇ ਨਹੀਂ ਉਤਰੇ। ਲੋਨ ਮੇਰਾ ਖੜਾ ਹੈ ਜੀ, ਮੇਰਾ 9-10 ਲੱਖ ਦਾ ਲੋਨ ਖੜਾ ਹੈ ਮੇਰੇ ਸਿਰ ਤੇ। ਸੋ ਚਲੋ ਕਰ ਹੀ ਰਹੇ ਹਾਂ, ਹੁਣ ਕੰਮ ਕਰ ਰਹੇ ਹਾਂ ਇਸੇ ਵਾਸਤੇ ਹੀ। ਲੇਕਿਨ ਅਗਰ ਹੁਣ ਵੀ ਤੁਹਾਡੀ ਜਿਵੇਂ ਧੀ ਨੇ ਕਿਹਾ, ਰਮਨ ਨੇ ਕਿਹਾ ਕਿ ਵੀ ਇਹਨੇ ਮਾਊਂਟ ਐਵਰੈਸਟ ਤੇ ਜਾਣਾ, ਜੇ ਹੁਣ ਵੀ ਕੋਈ ਸਰਕਾਰ ਨਹੀਂ ਤੁਹਾਡਾ ਹੱਥ ਫੜਦੀ ਜਾਂ ਕੋਈ ਤੁਹਾਨੂੰ ਨਹੀਂ ਆਪਣਾ ਪੱਲਾ ਫੜਾਉਂਦੀ, ਤੇ ਫਿਰ ਤੁਸੀਂ ਲੋਨ ਜਾਂ ਕਿ ਕੋਈ ਇੱਦਾਂ ਦਾ ਆਪਣਾ ਜੋ ਵੀ ਗਹਿਣਾ, ਜਿਵੇਂ ਤੁਸੀਂ ਕਿਹਾ, ਕੁਝ ਇੱਦਾਂ ਦਾ ਕਰੋਗੇ ਕਿ ਆਪਣੀ ਧੀ ਨੂੰ ਉੱਥੇ ਤੱਕ ਵੀ ਪਹੁੰਚਾ ਸਕੋ? ਨਹੀਂ, ਹੁਣ ਮੇਰੇ 'ਚ ਇੰਨਾ ਨਹੀਂ ਹੈ। ਹੁਣ ਤਾਂ ਸਰਕਾਰ ਹੀ ਕਰ ਸਕਦੀ ਹੈ, ਕਿਉਂਕਿ 27-28 ਲੱਖ ਤਾਂ ਨੇਪਾਲ ਗੌਰਮੈਂਟ ਹੀ ਮੰਗਦੀ ਹੈ ਜੀ। ਸੋ ਇੰਨੇ ਪੈਸੇ ਸਾਡੇ ਵੱਸ ਦੀ ਗੱਲ ਨਹੀਂ ਹੈ। ਇਹ ਤਾਂ ਸਰਕਾਰ ਹੀ ਕਰ ਸਕਦੀ ਹੈ। ਸਰਕਾਰ ਦੇਵੇ ਜਾਂ ਸਪੋਰਟਸ ਨੂੰ, ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਸਪੋਰਟਸ ਨੂੰ ਬੜਾਵਾ ਦੇਣਾ,
ਤੇ ਸੋ ਸਰਕਾਰ ਦਾ ਹੀ ਫਰਜ਼ ਬਣਦਾ ਹੁਣ ਤਾਂ ਕਰੇ ਜੀ। ਅੱਛਾ ਰਮਨ, ਮੈਂ ਤੁਹਾਡੇ ਤੋਂ ਪੁੱਛਦਾ ਕਿੰਨਾ ਕੁ ਜਿਹੜਾ ਖਰਚਾ ਹੈ ਮਾਊਂਟ ਐਵਰੇਸਟ ਦਾ ਹੁਣ ਤੋਂ ਲੈ ਕੇ ਐਂਡ ਤੱਕ, ਜਦੋਂ ਤੱਕ ਤੁਸੀਂ ਵਾਪਸ ਨਹੀਂ ਆਉਂਦੇ ਜਾ ਕੇ, ਕਿੰਨਾ ਖਰਚਾ ਆ ਜਾਂਦਾ? 35 ਤੋਂ 40 ਲੱਖ ਤੱਕ ਆ ਜਾਂਦਾ ਉਹਦਾ ਖਰਚਾ। 35 ਤੋਂ 40 ਲੱਖ ਰੁਪਏ ਖਰਚਾ ਆਉਂਦਾ ਮਾਊਂਟ ਐਵਰੇਸਟ ਤੇ ਜਾਣਾ। ਹਾਂਜੀ, ਕਿਉਂਕਿ ਗਵਰਨਮੈਂਟ ਵੀ ਲੈਂਦੀ ਹੈ, ਜਿਹੜੇ ਡਾਕਟਰਸ ਹੁੰਦੇ ਨੇ ਉਹ ਵੀ ਲੈਂਦੇ ਨੇ, ਜਿਹੜੇ ਉੱਥੋਂ ਦੇ ਸ਼ੇਰਪਾਜ਼ ਹੁੰਦੇ ਨੇ ਉਹਨਾਂ ਦੀ ਵੀ ਫੀਸ ਅਰਾਊਂਡ 1 ਜਾਂ 2 ਲੱਖ ਇੰਨੀ ਹੁੰਦੀ ਹੈ। ਤਾਂ ਸਾਰਾ ਕੁਝ ਮਿਲਾ ਕੇ ਐਕਸਪੈਂਡੀਚਰ ਹੋ ਗਿਆ, ਸਾਰਾ ਕੁਝ ਮਿਲਾ ਕੇ ਮਤਲਬ 35 ਤੋਂ 40 ਲੱਖ ਬਣ ਜਾਂਦਾ। ਅੱਛਾ, ਤੁਹਾਡੇ ਜਿਹੜੇ ਮਾਪੇ ਨੇ ਉਹਨਾਂ ਨੇ ਤੁਹਾਡੇ ਤੇ ਇੰਨਾ ਭਰੋਸਾ ਕੀਤਾ ਤੇ ਤੁਸੀਂ ਭਰੋਸਾ ਤੋੜਿਆ ਨਹੀਂ, ਵਰਲਡ ਰਿਕਾਰਡ ਆਪਣੇ ਨਾਮ ਕਰਾਇਆ। ਅੱਗੇ ਤੁਸੀਂ ਕੀ ਉਮੀਦ ਕਰਦੇ ਹੋ? ਜਿਵੇਂ ਤੁਹਾਡੇ ਫਾਦਰ ਸਾਹਿਬ ਨੇ ਕਿਹਾ ਕਿ ਡੀਐਸਪੀ ਲਗਾਉਣਾ ਚਾਹੀਦਾ, ਬਹੁਤ ਵੱਡੀ ਮਾਣ ਵਾਲੀ ਗੱਲ ਹੋ ਜਾਏਗੀ ਅਗਰ ਤੁਸੀਂ ਲੱਗਦੇ ਹੋ। ਅਗਰ ਤੁਸੀਂ ਡੀਐਸਪੀ ਕੱਲ੍ਹ ਨੂੰ ਲੱਗਦੇ ਹੋ ਤੇ ਤੁਸੀਂ ਕਿਹੜੇ, ਵੈਸੇ ਸਾਰੇ ਹੀ ਬੱਚੇ ਆਪਣੇ ਮਾਪੇ ਦੇ ਸਾਰੇ ਸੁਪਨੇ ਪੂਰਾ ਕਰਨਾ ਚਾਹੁੰਦੇ, ਤੁਸੀਂ ਕਿਹੜੇ ਸੁਪਨੇ ਆਪਣੇ ਮਾਪੇ ਦੇ ਪੂਰਾ ਕਰਨਾ ਚਾਹੋ? ਮੈਂ ਇਹਨਾਂ ਨੂੰ ਪਲੇਨ 'ਚ ਲੈ ਕੇ ਜਾਣਾ ਚਾਹੁੰਦੀ ਹਾਂ ਘੁਮਾਉਣ। ਹਾਂਜੀ, ਠੀਕ ਹੈ। ਅੱਛਾ, ਕਿੱਥੇ ਵਰਲਡ ਟੂਰ ਕਰਾਉਂਗੇ ਜਾਂ ਕਿਤੇ ਸਪੈਸੀਫਿਕ ਕੋਈ ਜਗ੍ਹਾ ਸੋਚੀ ਹੋਈ ਹੈ ਵੀ ਮੈਂ ਇੱਥੇ ਲੈ ਕੇ ਜਾਣਾ? ਮੇਰੀ ਫੇਵਰੇਟ ਜਗ੍ਹਾ ਹੈ ਜ਼ੰਜ਼ੀਬਾਰ, ਤੰਜ਼ਾਨੀਆ 'ਚ, ਉੱਥੇ ਲੈ ਕੇ ਜਾਊਂਗੀ। ਅੱਛਾ, ਤੁਸੀਂ ਮੰਮੀ ਪਾਪਾ ਨੂੰ ਵੀ ਕਿਤੇ ਟ੍ਰੈਕਿੰਗ ਤਾਂ ਨਹੀਂ ਕਰਾਉਣ ਲੱਗੇ? ਨਹੀਂ ਨਹੀਂ, ਡੈਡ ਤੇ ਕਰ ਲੈਣਗੇ, ਅਜੇ ਮੰਮਾ ਦਾ ਪਤਾ ਨਹੀਂ। ਅੱਛਾ, ਮਤਲਬ ਤੁਸੀਂ ਇਹ ਸੋਚਿਆ ਕਿ ਪਲੇਨ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਜਿਹੜੀ ਕੀ ਹੈ ਸੈਰ ਕਰਾਉਂਗੇ। ਚਲੋ, ਤੁਹਾਡੇ ਬੇਟੀ ਦੇ ਵੀ ਜਿਵੇਂ ਉਹਨੇ ਵੀ ਸੁਪਨੇ ਸਿੱਜੇ ਹੋਏ ਆ, ਵਰਲਡ ਰਿਕਾਰਡ ਤਾਂ ਆਪਣੇ ਨਾਮ ਕਰਾਈ ਹੋਇਆ ਉਹਨਾਂ ਨੇ। ਤੇ ਅੱਛਾ, ਜਿਹੜੀ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਤੁਹਾਡੀ ਬੇਟੀ ਦਾ, ਜਿਵੇਂ ਮੈਂ ਦੱਸਿਆ ਤੁਸੀਂ ਕਿ ਹੁਣ ਵੀ ਤੁਸੀਂ ਲੋਨ ਉਤਾਰ ਰਹੇ ਹੋ ਉਹਦਾ ਜਿਹੜਾ ਤੁਸੀਂ ਲਿਆ ਹੋਇਆ, ਲੇਕਿਨ ਤੁਸੀਂ ਹੁਣ ਤੱਕ ਹਾਰ ਨਹੀਂ ਮੰਨੀ, ਹੱਲੇ ਵੀ ਤੁਸੀਂ ਲਗਾਤਾਰ ਇਸ ਜੱਦੋ ਜਹਿਦ ਦੇ ਵਿੱਚ ਲੱਗੇ ਹੋਏ ਹੋ। ਜਾਂ ਸਰਕਾਰ ਜਾਂ ਕੋਈ ਐਦਾਂ ਦਾ ਕੋਈ ਬਾਹਰ ਕੋਈ ਅਗਰ ਕੋਈ ਬੰਦਾ ਹੈਗਾ ਜਾਂ ਉਹ ਬਾਂਹ ਫੜੇ ਤੁਹਾਡੀ ਬੇਟੀ ਦੀ ਤੇ ਤੁਹਾਨੂੰ ਉਹਨੂੰ ਅੱਗੇ ਤੱਕ ਲੈ ਕੇ ਜਾਵੇ, ਤੁਹਾਡੀ ਕੀ ਮੰਗ ਹੈ ਹੁਣ ਫਿਲਹਾਲ ਦੀ ਘੜੀ? ਮੇਰੀ ਮੰਗ ਤਾਂ ਇਹ ਹੀ ਹੈ ਵੀ ਸਪੋਰਟਸ ਨੂੰ ਜੇ ਕਰਨਾ ਹੈ ਤਾਂ ਸਪੋਰਟਸ ਦੇ ਇਹਦੇ ਉੱਤੇ ਪੈਸਾ ਖਰਚਿਆ ਜਾਵੇ ਸਪੋਰਟਸ ਤੇ ਜੀ। ਤਾਂ ਮੇਰੀ ਤਾਂ ਇਹੀ ਮੰਗ ਹੈ ਵੀ ਇਹਨੂੰ ਧਿਆਨ ਦੇਣ, ਅਫਸਰਾਂ ਨੂੰ ਖਿੱਚਿਆ ਜਾਵੇ ਜਿਹੜੇ ਅਫਸਰ ਨਹੀਂ ਕੰਮ। ਹਰਿਆਣਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਉੱਥੇ ਅਗਰ ਕੋਈ ਵੀ ਬੱਚਾ ਜੇ ਕੋਈ ਰਵਨ ਰੱਬੀ ਹੁੰਦਾ ਤਾਂ ਉਹਦੇ ਲਈ ਵੀ ਨੌਕਰੀ ਰੱਖੀ ਹੁੰਦੀ ਹੈ, ਤੇ ਪੰਜਾਬ ਦੇ ਵਿੱਚ ਇੱਦਾਂ ਕਿਉਂ ਨਹੀਂ? ਇਹੋ ਹੀ ਤਾਂ ਗੱਲ ਹੈ ਜੀ। ਇਹ ਸਪੋਰਟਸ ਦਾ ਮਤਲਬ ਕਿ ਬੱਚੇ ਜਦੋਂ ਥੱਲੇ ਸੰਘਰਸ਼ ਕਰ ਰਹੇ ਹੁੰਦੇ ਆ ਨਾ, ਉਹਨੂੰ ਬਿਲਕੁਲ ਕੋਈ ਪੈਸਾ ਨਹੀਂ ਦਿੱਤਾ ਜਾਂਦਾ। ਜਦੋਂ ਉੱਪਰ ਜਾ ਕੇ, ਚਲੋ ਸਾਡੇ ਤਾਂ ਉੱਪਰ ਜਾ ਕੇ ਵੀ ਨਹੀਂ ਹੋਈ ਸਪੋਰਟ, ਜਦੋਂ ਬੱਚਾ ਉੱਪਰ ਲੰਘ ਜਾਂਦਾ ਫਿਰ ਉਹਦੇ ਤੇ ਪੈਸਿਆਂ ਦੀ ਬਰਸਾਤ ਕਰ ਦਿੰਦੇ ਆ ਕੰਪਨੀਆਂ ਵੀ ਤੇ ਜਿਹੜੀਆਂ ਸਰਕਾਰਾਂ ਇਹ ਵੀ। ਜਦੋਂ ਬੱਚਾ ਥੱਲੇ ਸੰਘਰਸ਼ ਕਰ ਰਿਹਾ ਹੁੰਦਾ ਉਹਨੂੰ ਉਸ ਟਾਈਮ ਤੇ ਸਪੋਰਟ ਦੀ ਲੋੜ ਹੁੰਦੀ ਆ, ਉਹਨੂੰ ਉਸ ਟਾਈਮ ਤੇ ਉਹਦੀ ਸਹਾਇਤਾ ਕਰੀ ਜਾਵੇ। ਫਿਰ ਇਹੋ ਜਿਹੇ ਕਈ ਬੱਚੇ ਆ ਫਿਰ ਉਹ ਵਿੱਚੇ ਹੀ ਛੱਡ ਜਾਂਦੇ ਆ। ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਬੇਟੇ ਨੇ ਜਿਹੜੀ ਸਪੋਰਟਸ ਵਿੱਚ ਛੱਡਤੀ ਸੀ। ਮੇਰਾ ਬੇਟਾ 올림픽 ਤੱਕ ਬੜਾ ਵਧੀਆ ਖੇਡ ਸਕਦਾ ਸੀ, ਉਹ ਹੁਣ ਵੀ ਉੱਠ ਕੇ ਜਾ ਕੇ ਛਾਲ ਲਗਾਉਂਦਾ ਤਾਂ ਫਸਟ ਆ ਜਾਂਦਾ, ਪਰ ਉਹਨੇ ਸਿਰਫ ਇਸੇ ਕਰਕੇ ਹੀ ਉਹ ਛੱਡ ਗਿਆ ਕਿ ਇਹਦੇ ਵਿੱਚ ਕੁਝ ਹੈ ਨਹੀਂ ਕੱਢਣ ਪਾਉਣ ਨੂੰ। ਸੋ ਮੇਰੀ ਤਾਂ ਇਹੀ ਹੈ ਵੀ ਮੈਂ ਤਾਂ ਕਿਉਂਕਿ ਬਚਪਨ ਤੋਂ ਹੀ ਮੈਂ ਸਪੋਰਟਸ 'ਚ ਲੱਗਿਆ ਰਿਹਾ, ਇਸ ਸਪੋਰਟਸ ਨੂੰ ਜੇ ਵਧਾਉਣਾ ਤਾਂ ਇੱਥੇ ਪੈਸਾ ਖਰਚਣਾ ਪਏਗਾ ਸਪੋਰਟਸ ਤੇ ਟੀਚਰ ਲਾਣੇ ਪੈਣਗੇ ਜਿਹੜੇ ਸਪੋਰਟਸ ਦੇ ਆ। ਸਪੋਰਟਸ ਦੇ ਟੀਚਰਾਂ ਨੂੰ ਨੌਕਰੀ ਦਿਓ, ਪ੍ਰਾਇਮਰੀ ਸਕੂਲਾਂ ਦੇ ਵਿੱਚ ਰੱਖੋ, ਮਿਡਲ ਸਕੂਲਾਂ 'ਚ ਰੱਖੋ, ਤਾਂ ਹੀ ਤੁਸੀਂ ਸਪੋਰਟਸ ਨੂੰ ਅੱਗੇ ਵਧਾ ਸਕਦੇ। ਅੱਛਾ ਰਮਨ, ਤੁਸੀਂ ਸਾਡੀ ਪਹਿਲੇ ਇੰਟਰਵਿਊ 'ਚ ਦੱਸਿਆ ਸੀ ਕਿ ਤੁਹਾਡੀ ਆਪਣੀ ਕੰਪਨੀ ਵੀ ਹੈ ਨਾ, ਟਰੈਵਲ ਦੀ ਹੈ ਨਾ ਕੰਪਨੀ ਵੀ ਹੈ, ਤੇ ਉੱਥੋਂ ਜਿਹੜਾ ਪ੍ਰੋਫਿਟ ਆਉਂਦਾ ਹੈ ਉਹ ਤੁਸੀਂ ਆਪਣੀ ਸਪੋਰਟਸ 'ਤੇ ਲਾਉਂਦੇ ਹੋ, ਘਰਦਿਆਂ ਦੀ ਵੀ ਥੋੜੀ ਬਹੁਤੀ ਮਦਦ ਕਰਦੇ ਹੋ? ਨਹੀਂ, ਐਕਚੁਅਲੀ ਹਜੇ ਸਟਾਰਟਿੰਗ ਹੀ ਹੈ, ਨਵੀਂ ਕੰਪਨੀ ਖੋਲੀ ਹੈ ਮੈਂ, ਤੇ ਉੱਥੋਂ ਥੋੜਾ ਬਹੁਤ ਆ ਰਿਹਾ, ਉਹ ਫਿਰ ਕੰਪਨੀ ਤੇ ਹੀ ਲੱਗ ਜਾਂਦਾ ਕਿਉਂਕਿ ਉਹਦੀ ਪ੍ਰੋਮੋਸ਼ਨਸ ਹੁੰਦੀਆਂ ਤੇ ਉਹ ਤੋਂ ਮਤਲਬ ਹਜੇ ਕੁਝ ਵੀ ਇੰਨਾ ਜ਼ਿਆਦਾ ਬੈਨੀਫਿਟ ਨਹੀਂ ਹੋ ਰਿਹਾ ਹੈਗਾ। ਹੌਲੀ ਹੌਲੀ ਉਹਨੂੰ ਪ੍ਰਮੋਟ ਕਰਾਂਗੇ ਤਾਂ ਹੋ ਸਕਦਾ ਹੈ ਉਹ। ਅੱਛਾ ਜੋਗਿੰਦਰ ਜੀ, ਤੁਹਾਡੇ ਜਿਹੜੇ ਬੱਚੇ ਹੈ ਉਹ ਜਿਵੇਂ ਤੁਸੀਂ ਦੱਸਦੇ ਹੱਲੇ ਵੀ ਉਹ ਜੌਬ ਕਰ ਰਹੇ ਆ, ਤੁਹਾਡੀ ਬੇਟੀ ਵੀ ਕੰਪਨੀ ਚਲਾ ਰਹੀ ਹੈ, ਉਹ ਤੁਹਾਡਾ ਪੂਰਾ ਸਾਥ ਦਿੰਦੇ ਜਿਵੇਂ ਤੁਸੀਂ ਹੁਣ ਇਹਨਾਂ ਦਾ ਸਾਥ ਦੇ ਰਹੇ ਹੋ ਜਾਂ ਦਿੰਦੇ ਆਏ ਹੋ ਸ਼ੁਰੂ ਤੋਂ ਲੈ ਕੇ ਹੁਣ ਤੱਕ? ਹਾਂ, ਬਿਲਕੁਲ ਸਾਥ ਦੇ ਰਹੇ ਜੀ, ਬਿਲਕੁਲ ਕਹਿਣੇ 'ਚ ਪੂਰਾ ਸਾਥ ਦੇ ਰਹੇ ਜੀ। ਅੱਛਾ, ਬਹੁਤ ਵਧੀਆ ਗੱਲ ਹੈ। ਅੱਛਾ ਜੋਗਿੰਦਰ ਸਿੰਘ ਜੀ, ਮੇਰਾ ਆਖਰੀ ਸਵਾਲ ਇਹ ਹੈ, ਤੁਸੀਂ 골ਡ ਮੈਡਲ, ਸਿਲਵਰ ਮੈਡਲ, ਚਾਹੇ ਉਹ ਬ੍ਰੌਂਜ਼ ਮੈਡਲ ਹੋਏ, ਇਹਨੂੰ ਤੁਸੀਂ ਲੋਹੇ ਦੇ ਨਾਲ ਕੰਪੇਅਰ ਕਰਤਾ ਕਿਉਂਕਿ ਤੁਹਾਡੇ ਵਾਸਤੇ ਲੋਹਾ ਹੈ ਇੱਕ ਤਰ੍ਹਾਂ ਦਾ, ਠੀਕ ਹੈ ਜੀ। ਅਗਰ ਇਹਨੂੰ ਤੁਸੀਂ ਕਹਿ ਰਹੇ ਹੋ ਕਿ ਬੱਚੇ ਤੁਹਾਡੇ ਤੋਂ ਲੈ ਕੇ ਚਲੇ ਜਾਂਦੇ ਸੀਗੇ ਕਿ ਸਾਨੂੰ ਚਾਹੀਦਾ, ਤੁਸੀਂ ਦਿੰਦੇ ਇੱਦਾਂ ਟਰੋਫੀਆਂ ਵੀ ਕਈ ਤੁਹਾਡੇ ਤੋਂ ਲੈ ਗਏ ਹੋਣੇ, ਕਿਉਂਕਿ ਤੁਹਾਡੇ ਘਰ ਦੇ ਵਿੱਚ ਮੇਰੇ ਖਿਆਲ ਨਾਲ ਰੱਖਣ ਦੀ ਵੀ ਜਗ੍ਹਾ ਨਹੀਂ ਹੋਣੀ ਜਿੰਨੀ ਬੱਚਿਆਂ ਦੀ ਤੁਹਾਡੀ ਅਚੀਵਮੈਂਟ ਹੈ। ਤੁਹਾਡੀ ਆਪ ਦੀਆਂ ਬਹੁਤ ਅਚੀਵਮੈਂਟਸ ਹੈ, ਇਹਨੇ ਤੁਸੀਂ ਮੈਡਲ ਲੈ ਕੇ ਆਏ ਹੋ, ਤੇ ਹੁਣ ਇੰਨੇ ਸਾਰੇ ਮੈਡਲ ਇਕੱਠੇ ਕਰਕੇ ਹੋਰ ਵੀ ਜਿਵੇਂ ਤੁਸੀਂ ਕੱਲ੍ਹ ਤੁਸੀਂ ਦੱਸਿਆ ਤੁਸੀਂ 골ਡ ਮੈਡਲ ਤੁਹਾਨੂੰ ਮਿਲਿਆ, ਇਹ ਵੀ ਤੁਹਾਡੇ ਲਈ ਲੋਹੇ ਦੇ ਬਰਾਬਰ ਹੈ। ਤੇ ਅਗਰ ਇੱਦਾਂ ਹੀ ਹੁਣ ਤੁਹਾਨੂੰ ਲੱਗਦਾ ਕਿ ਇੱਦਾਂ ਹੀ ਦੌਰ ਚੱਲਦਾ ਰਹੇਗਾ, ਦੌਰ ਨੂੰ ਬਦਲਣ ਵਾਸਤੇ ਤੁਹਾਨੂੰ ਲੱਗਦਾ ਕੀ ਕਰਨਾ ਚਾਹੀਦਾ? ਦੌਰ ਨੂੰ ਬਦਲਣ ਦੇ ਲਈ ਇਹ ਹੈ ਵੀ ਸਰਕਾਰ ਧਿਆਨ ਦੇਵੇ ਇਸ ਪਾਸੇ। ਹੁਣ ਇਹ ਸਰਕਾਰ ਦੇ ਜਿਹੜੇ ਟੀਚਰ ਰੱਖੇ ਆ ਜੀ, ਉਹ ਰਿਟਾਇਰਡ ਟੀਚਰ ਫਿਰ ਰੱਖ ਲਏ ਆ ਜੀ, ਮਤਲਬ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਨੌਕਰੀਆਂ ਦਿਓ ਤੁਸੀਂ, ਰਿਟਾਇਰ ਨੂੰ ਫਿਰ ਜਿਹੜਾ ਖਾ ਪੀ ਕੇ ਹੰਡਾ ਚੁੱਕੇ ਜ਼ਿੰਦਗੀ
ਉਹਨਾਂ ਨੂੰ ਫਿਰ ਤੁਸੀਂ ਅੱਗੇ ਪ੍ਰਮੋਟ ਕਰੀ ਜਾਂਦੇ ਹੋ। ਜੀ। ਮੇਰਾ ਤਾਂ ਇਹ ਕਹਿਣਾ ਵੀ ਅੱਗੇ ਬੱਚਿਆਂ ਨੂੰ ਨੌਕਰੀਆਂ ਦਿਓ ਤੁਸੀਂ, ਜਿਹੜੇ ਨਵੇਂ ਬੱਚਿਆਂ ਨੂੰ ਦਿਓ, ਨਾ ਕਿ ਰਿਟਾਇਰ ਨੂੰ ਦੁਬਾਰਾ ਉਹਨਾਂ ਨੂੰ ਨੌਕਰੀਆਂ ਤੇ ਲਾਈ ਜਾਓ ਜਾਂ ਉਹਨਾਂ ਨੂੰ ਦੇਈ ਜਾਓ। ਰਿਟਾਇਰ ਨੂੰ ਦੇਈ ਜਾਓਗੇ ਤੇ ਨਵੇਂ ਬੱਚੇ ਕਿੱਥੇ ਜਾਣਗੇ? ਜੀ ਬਿਲਕੁਲ। ਸਾਰੇ ਬਾਹਰ ਨੂੰ ਭੱਜਦੇ ਉਹ ਸਾਰੇ ਇਸੇ ਕਰਕੇ ਸਾਰੇ ਬਾਹਰ, ਸਾਡੇ ਬੱਚੇ ਵੀ ਬਾਹਰ ਨੂੰ ਭੱਜੇ ਜਾ ਰਹੇ। ਅੱਛਾ, ਜਿੰਨਾ ਪੈਸਾ ਤੁਸੀਂ ਆ ਬਾਹਰ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਤੁਸੀਂ ਬਾਹਰ ਦੀ ਗੱਲ ਕੀਤੀ ਹੈ, ਜਿੰਨਾ ਪੈਸਾ ਤੁਸੀਂ ਇਹਨਾਂ ਦੀ ਸਪੋਰਟਸ ਤੇ ਲਾਤਾ, ਤੁਸੀਂ ਉਨਾ ਪੈਸਾ ਲਾ ਕੇ ਆਪਣੇ ਬੱਚਿਆਂ ਨੂੰ ਬਾਹਰ ਵੀ ਭੇਜ ਸਕਦੇ ਸੀ। ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਤੁਸੀਂ ਬਾਹਰ ਨਹੀਂ ਭੇਜਿਆ ਆਪਣੇ ਬੱਚਿਆਂ ਨੂੰ। ਮੈਂ ਇਸੇ ਕਰਕੇ ਹੀ ਨਹੀਂ ਭੇਜਿਆ। ਸਾਨੂੰ ਆਸ ਸੀ ਵੀ ਅੱਗੋਂ ਸਰਕਾਰ ਬਦਲ ਜੇਗੀ ਜੀ ਤਾਂ ਕੋਈ ਸਪੋਰਟਸ ਵਾਲਿਆਂ ਨੂੰ ਪੁੱਛਿਆ ਜਾਏਗਾ। ਜੀ ਹੁਣ ਇਹਨੇ ਮਾਸਟਰ ਡਿਗਰੀ ਕੀਤੀ ਹੈ ਫਿਜ਼ੀਕਲ ਐਜੂਕੇਸ਼ਨ ਦੀ, ਜੀ ਇਹਨੂੰ ਉੱਥੇ ਕਾਲਜ ਵਿੱਚ ਲੱਗਦੀ ਹੈ ਜੀ ਤਾਂ ਉਹ ਅਜੇ ਤੱਕ ਇਹ ਘਰ ਬੈਠੀ ਹੈ, ਇਹਨੂੰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਸੋ ਇਹ ਗੱਲ ਹੀ ਹੈ ਜੀ। ਸੋ ਇਹ ਸੀਗੇ ਸਾਡੇ ਨਾਲ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੇ ਕਿ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਆਪਣੇ ਬੱਚਿਆਂ ਤੇ ਆਪਣੀ ਧੀ ਤੇ ਲਾਤੀ, ਤੇ ਉਹਨਾਂ ਦੇ ਬੱਚਿਆਂ ਨੇ ਵੀ ਉਹਨਾਂ ਦਾ ਪੂਰਾ ਮਾਣ ਰੱਖਿਆ, ਤੇ ਉਹਨਾਂ ਦੀ ਬੇਟੀ ਨੇ ਵਰਲਡ ਰਿਕਾਰਡ ਆਪਣੇ ਨਾਮ ਕਰਾਏ। ਹਾਲੇ ਤੱਕ ਵੀ ਜੋ ਉਹਨਾਂ ਨੇ ਲੋਨ ਚੱਕਿਆ ਸੀ ਉਹਦੀ ਉਹ ਕੀਮਤ ਅਦਾ ਕਰ ਰਹੇ ਹੈ, ਤੇ ਸਰਕਾਰ ਤੋਂ ਉਹ ਇੱਕੋ ਹੀ ਮੰਗ ਕਰ ਰਹੇ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ, ਤੇ ਜਿਹੜੀ ਉਹਨਾਂ ਦੀ ਧੀ ਨੇ ਵਰਲਡ ਰਿਕਾਰਡ ਬਣਾਇਆ ਤੇ ਉਹਨੂੰ ਉਹਦਾ ਬਣਦਾ ਹੱਕ ਦਿੱਤਾ ਜਾਵੇ, ਤੇ ਕੋਈ ਸਰਕਾਰੀ ਲੈਵਲ ਤੇ ਫਸਟ ਰੈਂਕ ਦੀ ਨੌਕਰੀ ਉਹਨੂੰ ਦਿੱਤੀ ਜਾਵੇ। ਕੈਮਰਾਮੈਨ ਅਜੇ ਸਿੰਘ ਰਾਣਾ ਦੇ ਨਾਲ, ਜਗੀਰ ਦੇ ਨਾਲ, ਮੈਂ ਸ਼ਾਂਕ, ਪੰਜਾਬ ਟੁਡੇ, ਚੰਡੀਗੜ੍ਹ।